आवो सजना हो देखा दर्शन तेरा राम। ਰਾਧਾ ਸਵਾਮੀ ਜੀ ਸਾਰਿਆਂ ਨੂੰ ਮੇਰੇ ਵੱਲੋਂ ਤੁਸੀਂ ਜਿੱਥੇ ਵੀ ਹੋਵੋਗੇ ਸਾਰੇ ਖੁਸ਼ ਹੋਵੋਗੇ, ਇਹੀ ਮੈਂ ਆਸ਼ਾ ਕਰਦਾ ਹਾਂ। ਅੱਜ 28 ਨਵੰਬਰ 2025 ਨੂੰ ਡੇਰਾ ਬਿਆਸ ਦੇ ਵਿੱਚ ਅੱਜ ਹਜ਼ੂਰ ਜੀ ਵੱਲੋਂ ਕੁਐਸਚਨ ਆਨਸਰ ਪ੍ਰੋਗਰਾਮ ਕੀਤਾ ਗਿਆ। ਅੱਜ ਬਾਬਾ ਜੀ ਸਟੇਜ ਦੇ ਉੱਤੇ ਨਹੀਂ ਆਏ, ਅੱਜ ਕੱਲੇ ਹਜ਼ੂਰ ਜੀ ਨੇ ਹੀ ਕੁਐਸਚਨ ਆਨਸਰ ਦਾ ਪ੍ਰੋਗਰਾਮ ਕੀਤਾ। ਅੱਜ ਕੁਐਸਚਨ ਆਨਸਰ ਸ਼ੁਰੂ ਹੋਣ ਤੋਂ ਪਹਿਲਾਂ 4 ਸ਼ਬਦ ਗਾਏ ਗਏ। ਪਹਿਲਾ ਸ਼ਬਦ ਸੀ ਸੁਣ ਤੱਕੀ ਨਾ ਜਾਇਓ ਪਾਣੀ ਤੁਲਸੀ ਸਾਹਿਬ। दूसरा शब्द सी संता के कारज आप खलोया। तीसरा शब्द सी ऐसी लिखिया जनसो। चौथा शब्द सी रब मेरे हाल दा महरम तू। उस तो बाद सवाल जवाब का प्रोग्राम शुरू होया। मैं थोनू समराइज फॉर्मेट दे विच सारा कुछ दसूंगा, जिन्हां ने भी सुनना है बड़ी खुशी दे नाल सुन सकते हैं जी। सवाल, हुजूर जी मैनू भजन सिमरन दे विच नींद आंदी है, भजन सिमरन दे विच ताकत नहीं मिलती है। ਹਜ਼ੂਰ ਜੀ ਨੇ ਕਿਹਾ ਕਿ ਬੇਟਾ ਦੇਖੋ, ਇਹ ਜਿਹੜਾ ਮਨ ਹੈ ਇਹਨੂੰ ਤਾਕਤ ਆਪਾਂ ਦਿੰਦੇ ਹਾਂ। ਇਹ ਬੇਟਾ ਕੁਰਬਾਨੀ ਦਾ ਮਾਰਗ ਹੈ। ਜੇ ਆਪਾਂ ਕੁਰਬਾਨੀ ਦੇਵਾਂਗੇ, ਥੋੜੀ ਜੀ ਪੀੜਾ ਜਿਹੜੀ ਹੁੰਦੀ ਹੈ ਭਜਨ ਸਿਮਰਨ ਦੇ ਵਿੱਚ ਇਹਨਾਂ ਨੂੰ ਸਹਾਂਗੇ, ਤਾਂ ਬੇਟਾ ਸਾਨੂੰ ਸਫਲਤਾ ਮਿਲੂ। ਦੇਖੋ ਬੇਟਾ, ਜਿਹੜਾ ਇਹ ਮੈਟਰੀਅਲਿਸਟਿਕ ਜਿਹੜਾ ਦੁਨਿਆਵੀ ਸੁੱਖ ਹੈ ਨਾ, ਇਹ ਥੋੜੇ ਦਿਨਾਂ ਦੇ ਲਈ ਹੈ। ਅਸਲ ਜਿਹੜਾ ਸੁੱਖ ਹੈ ਉਹ ਭਜਨ ਸਿਮਰਨ ਦੇ ਵਿੱਚ ਹੈ। ਅਗਲਾ ਸਵਾਲ, ਹਜ਼ੂਰ ਜੀ ਤੁਸੀਂ ਸਾਡੇ ਸੈਂਟਰਾਂ ਤੇ ਨਹੀਂ ਆਏ, ਦਰਸ਼ਨ ਨਹੀਂ ਦਿੱਤੇ। ਹਜ਼ੂਰ ਜੀ ਨੇ ਕਿਹਾ ਕਿ ਬੇਟਾ ਮੈਂ ਤਾਂ ਕਈ ਸੈਂਟਰਾਂ ਦੇ ਉੱਤੇ ਜਾ ਰਿਹਾ ਹਾਂ, ਹੋ ਸਕਦਾ ਹੈ ਤੁਹਾਡਾ ਛੁੱਟ ਗਿਆ ਹੋਵੇ, ਤੁਸੀਂ ਮੈਨੂੰ ਰੋਕ ਲੈਣਾ ਅਗਲੀ ਵਾਰੀ ਮੈਂ ਜਬ ਆਵਾਂਗਾ। ਅਗਲਾ ਸਵਾਲ, ਹਜ਼ੂਰ ਜੀ ਮਹਾਰਾਜ ਜੀ ਕਹਿੰਦੇ ਹੁੰਦੇ ਸੀ ਕਿ ਸਾਨੂੰ 24 ਘੰਟੇ ਭਜਨ ਸਿਮਰਨ ਦੇ ਵਿੱਚ ਰਹਿਣਾ ਚਾਹੀਦਾ ਹੈ। ਹਜ਼ੂਰ ਜੀ ਨੇ ਕਿਹਾ ਕਿ ਬੇਟਾ ਕੋਈ ਹੈ ਇੱਥੇ ਜੋ ਕਹਿ ਸਕੇ ਕਿ ਆਪਾਂ 2.5 ਘੰਟੇ ਵੀ ਉਹਨਾਂ ਨੂੰ ਦਿੰਦੇ ਹਨ। ਬੇਟਾ ਦੇਖੋ, ਸਾਨੂੰ ਪਰਖ ਨਹੀਂ ਕਰਨੀ ਹੈ, ਸਾਨੂੰ ਆਪਣੇ ਵੱਲੋਂ ਜਿਹੜੀ ਜ਼ਿੰਮੇਵਾਰੀ ਹੈ ਉਹਨੂੰ ਨਿਭਾਉਣਾ ਹੈ। ਜੇ ਆਪਾਂ ਨਿਭਾਵਾਂਗੇ, ਆਪਣੇ ਪੈਰਾਂ ਦੇ ਉੱਤੇ ਖੜੇ ਹੋਵਾਂਗੇ, ਤਾਂ ਬੇਟਾ ਸਾਨੂੰ ਅਹਿਸਾਸ ਹੋਵੇਗਾ ਕਿ ਭਜਨ ਸਿਮਰਨ ਕਿੰਨਾ ਜ਼ਰੂਰੀ ਹੈ। ਅਗਲਾ ਸਵਾਲ, ਹਜ਼ੂਰ ਜੀ ਮੇਰੀ ਜਿਹੜੀ ਮਦਰ ਹੈ ਉਹਨਾਂ ਨੇ ਸਾਡੇ ਵਾਸਤੇ ਬਹੁਤ ਕੁਰਬਾਨੀ ਦਿੱਤੀ ਹੈ, ਬਹੁਤ ਸੈਕਰੀਫਾਈਸ ਕੀਤਾ ਹੈ। ਮੈਂ ਚਾਹੁੰਦਾ ਕਿ ਮੈਂ ਫੋਰਨ ਕੰਟਰੀ ਦੇ ਵਿੱਚ ਚਲਾ ਜਾਵਾਂ ਤੇ ਉੱਥੇ ਕੁਝ ਬਣ ਜਾਵਾਂ ਤੇ ਆਪਣੇ ਮਾਂ-ਬਾਪ ਦਾ ਨਾਂ ਰੋਸ਼ਨ ਕਰ ਸਕਾਂ। ਹਜ਼ੂਰ ਜੀ ਨੇ ਕਿਹਾ ਕਿ ਬੇਟਾ ਦੇਖੋ, ਸਾਨੂੰ ਸਭ ਤੋਂ ਪਹਿਲਾਂ ਇਹ ਸਮਝਣ ਦੀ ਲੋੜ ਹੈ ਕਿ ਸਾਨੂੰ ਮਿਹਨਤ ਕਰਨੀ ਹੈ, ਭਾਵੇਂ ਆਪਾਂ ਉੱਥੇ ਕਰੀਏ ਭਾਵੇਂ ਆਪਾਂ ਇੱਥੇ ਕਰੀਏ। ਬੇਟਾ ਇੰਡੀਆ ਦੇ ਵਿੱਚ ਵੀ ਬਹੁਤ ਓਪੋਰਚੁਨਿਟੀਜ਼ ਹਨ, ਆਪਾਂ ਇੱਥੇ ਵੀ ਕਰ ਸਕਦੇ ਹਾਂ। ਜੇ ਮਾਲਕ ਭਾਰ ਭੇਜਦਾ ਹੈ ਤਾਂ ਬਹੁਤ ਚੰਗੀ ਗੱਲ ਹੈ, ਲੇਕਿਨ ਬੇਟਾ ਸਾਨੂੰ ਗਲਤ ਤਰੀਕੇ ਦੇ ਨਾਲ ਬਾਹਰ ਨਹੀਂ ਜਾਣਾ ਹੈ। ਸਾਨੂੰ ਮਿਹਨਤ ਦੇ ਉੱਤੇ ਧਿਆਨ ਦੇਣਾ ਹੈ, ਭਾਵੇਂ ਇੱਥੇ ਕਰੀਏ ਭਾਵੇਂ ਉੱਥੇ ਕਰੀਏ। ਕਰਨੀ ਬੇਟਾ ਦੋਨੋਂ ਕਰੇਗੀ। ਬਾਹਰ ਜਾ ਕੇ ਆਪਾਂ ਨੂੰ ਲੱਗਦਾ ਹੈ ਚੀਜ਼ਾਂ ਆਸਾਨ ਨੇ, ਪਰ ਇਹ ਨਹੀਂ ਹੈ ਬੇਟਾ, ਉੱਥੇ ਹੋਰ ਵੀ ਮਿਹਨਤ ਕਰਨੀ ਪੈਂਦੀ ਹੈ। ਅਗਲਾ ਸਵਾਲ, ਹਜ਼ੂਰ ਜੀ ਤੁਸੀਂ ਬਾਬਾ ਜੀ ਨੂੰ ਆਪਣੇ ਨਾਲ ਨਹੀਂ ਲੈ ਕੇ ਆਏ, ਤੁਸੀਂ ਅਗਲੀ ਵਾਰ ਉਹਨਾਂ ਨੂੰ ਲੈ ਕੇ ਆਣਾ। ਹਜ਼ੂਰ ਜੀ ਨੇ ਬੜੇ ਪਿਆਰ ਦੇ ਨਾਲ ਕਿਹਾ ਕਿ ਠੀਕ ਹੈ ਜੀ, ਮੈਂ ਅਰਜੀ ਉੱਥੇ ਲਾ ਦੇਵਾਂਗਾ। ਅਗਲਾ ਸਵਾਲ, ਹਜ਼ੂਰ ਜੀ ਸਤਸੰਗ ਦੇ ਬਾਅਦ ਜਿਹੜੀ ਸੰਗਤ ਹੈ ਸਤਸੰਗ ਨੂੰ ਸੁਣਦੀ ਹੈ, ਲੇਕਿਨ ਘਰ ਜਾ ਕੇ ਉਹਨਾਂ ਨੂੰ ਅਮਲ ਦੇ ਉੱਤੇ ਕਿਉਂ ਨਹੀਂ ਲਾਉਂਦੀ ਹੈ, ਭੁੱਲ ਜਾਂਦੀ ਹੈ। ਹਜ਼ੂਰ ਜੀ ਨੇ ਕਿਹਾ ਕਿ ਬੇਟਾ ਦੇਖੋ, ਸਭ ਤੋਂ ਪਹਿਲਾਂ ਤਾਂ ਸਾਨੂੰ ਕਿਸੇ ਦੀ ਪਰਖ ਨਹੀਂ ਕਰਨੀ ਹੈ। ਬੇਟਾ nobody is perfect, ਇੱਥੇ ਕੋਈ ਵੀ ਨਹੀਂ ਕਹਿ ਸਕਦਾ ਕਿ ਉਹ ਪਰਫੈਕਟ ਹੈ। ਆਪਾਂ ਕੁਝ ਗੁਣ ਅਵਗੁਣ ਲੈ ਕੇ ਹੀ ਇੱਥੇ ਬੈਠੇ ਹਾਂ। ਬੇਟਾ ਕੁਝ ਨਿੱਜੀ ਜ਼ਿੰਦਗੀ ਤੇ ਪ੍ਰਭਾਵ ਇਹੋ ਜਿਹੇ ਹੋ ਜਾਂਦੇ ਨੇ, ਇਨਸਾਨ ਹੋ ਜਾਂਦਾ ਹੈ, ਲੇਕਿਨ ਬੇਟਾ ਸਾਨੂੰ ਆਪਣੇ ਵੱਲੋਂ ਮਿਹਨਤ ਕਰਨੀ ਹੈ। ਅਗਲਾ ਸਵਾਲ, ਹਜ਼ੂਰ ਜੀ ਮੇਰੇ ਜਿਹੜੇ ਹਸਬੈਂਡ ਹੈ ਉਹ ਮੇਰੀ ਸਾਸ ਦੀ ਸੁਣਦੇ ਹਾਂ ਤੇ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਜੇ ਮੇਰਾ ਰੱਬ ਮੈਨੂੰ ਵੇਖਦਾ ਹੈ, ਜੇ ਚੰਗਾ ਕਰੂੰਗੀ ਤਾਂ ਉਹ ਰੱਬ ਦੇਖੂਗਾ, ਮਾੜਾ ਕਰੂੰਗੀ ਤਾਂ ਉਹ ਰੱਬ ਦੇਖੂਗਾ। ਤਾਂ ਹਜ਼ੂਰ ਜੀ ਮੈਂ ਬਹੁਤ ਸੋਚਦੀ ਹਾਂ ਇਹਦੇ ਬਾਰੇ। ਹਜ਼ੂਰ ਜੀ ਨੇ ਕਿਹਾ ਕਿ ਬੇਟਾ ਦੇਖੋ, ਨਿੱਜੀ ਜ਼ਿੰਦਗੀ ਦੇ ਵਿੱਚ ਇਹ ਉਤਾਰ ਚੜਾਵ ਤਾਂ ਆਉਂਦੇ ਰਹਿੰਦੇ ਹਨ, ਇਹ ਜਿਹੜੀ ਨੋਕ ਝੋਕ ਹਨ ਇਹ ਪਾਰਟ ਹੈ ਜ਼ਿੰਦਗੀ ਦਾ। ਆਪਾਂ ਇਹਨਾਂ ਦੀ ਪਰਖ ਨਹੀਂ ਕਰਨੀ ਹੈ, ਇਹਨਾਂ ਗਹਿਰਾਈ ਦੇ ਵਿੱਚ ਨਹੀਂ ਸੋਚਣਾ ਹੈ। ਜਿੰਨਾ ਚਿਰ ਬੇਟਾ ਰਿਸ਼ਤੇ ਦੀ ਗੱਲ ਹੈ, ਬੇਟਾ ਦੇਖੋ ਸਾਨੂੰ ਤਾਂ ਨੀਅਤ ਚੰਗੀ ਰੱਖਣੀ ਹੈ, ਆਪਣੇ ਵੱਲੋਂ ਐਫਰਟ ਕਰਨੇ ਹੈ, ਬਾਕੀ ਉਸ ਮਾਲਿਕ ਦੇ ਉੱਤੇ ਛੱਡ ਦੇਣਾ ਹੈ। ਅਗਲਾ ਸਵਾਲ, ਹਜ਼ੂਰ ਜੀ ਇਨਸਾਨੀ ਜ਼ਿੰਦਗੀ ਦਾ ਕੀ ਵਜੂਦ ਹੈ, ਆਪਾਂ ਇੱਥੇ ਆਂਦੇ ਹਾਂ, ਸਾਡਾ ਕੀ ਵਜੂਦ ਹੈ। ਹਜ਼ੂਰ ਜੀ ਨੇ ਕਿਹਾ ਕਿ ਦੇਖੋ ਬੇਟਾ, ਨਿਚਲੀ ਜਿਹੜੀ ਜੂਨੀਆਂ ਹਨ 84 ਲੱਖ ਜੂਨੀਆਂ ਹਨ,
ਉਹਦੇ ਵਿੱਚ ਇਨਸਾਨ ਦਾ ਜਾਮਾ ਜਿਹੜਾ ਹੈ ਉਹ ਸਭ ਤੋਂ ਉੱਚਾ ਜਾਮਾ ਮੰਨਿਆ ਜਾਂਦਾ ਹੈ। ਬੇਟਾ ਇਸ ਦੇ ਵਿੱਚ ਆਪਾਂ ਸਭ ਕੁਝ ਹਾਸਿਲ ਕਰ ਸਕਦੇ ਹਾਂ। ਆਪਾਂ ਦੇਖੋ ਆਪਾਂ ਨੇ ਸਾਇੰਸ ਦੇ ਫੀਲਡ ਵਿੱਚ, ਸਪੋਰਟ ਦੇ ਫੀਲਡ ਦੇ ਵਿੱਚ, ਹੋਰ ਇਨੋਵੇਸ਼ਨ ਦੇ ਵਿੱਚ ਕਿੰਨਾ ਕੁਝ ਕਰ ਦਿੱਤਾ ਹੈ। ਤਾਂ ਬੇਟਾ ਇਸੇ ਜਾਮੇ ਦੇ ਵਿੱਚ ਹੀ ਆ ਕੇ ਆਪਾਂ ਉਸ ਪਰਮਾਤਮਾ ਨੂੰ ਪਾ ਸਕਦੇ ਹਾਂ। ਬੇਟਾ ਭਗਤੀ ਸਿਰਫ ਇਸੇ ਜਾਮੇ ਦੇ ਵਿੱਚ ਹੋ ਸਕਦੀ ਹੈ। ਜੇ ਆਪਾਂ ਇਹਦਾ ਮੂਲ ਪਛਾਣਾਂਗੇ ਤਾਂ ਬੇਟਾ ਅੱਗੇ ਵਧਾਂਗੇ। ਇਨਸਾਨ ਕੀ ਨਹੀਂ ਕਰ ਸਕਦਾ, ਬਸ ਇਨਸਾਨ ਨੂੰ ਕਰਨ ਦੀ ਲੋੜ ਹੈ। ਬੇਟਾ ਇਨਸਾਨ ਕਰੇਗਾ, ਆਪਣੇ ਪੈਰਾਂ ਦੇ ਉੱਤੇ ਖੜਾ ਹੋਵੇਗਾ, ਉਸ ਭਜਨ ਸਿਮਰਨ ਨੂੰ ਵਕਤ ਦੇਵੇਗਾ ਤਾਂ ਬੇਟਾ ਅੱਗੇ ਪਹੁੰਚ ਜਾਵੇਗਾ। ਅਗਲਾ ਸਵਾਲ, ਹੁਜੂਰ ਜੀ ਪਰਸਨਲ ਚੀਜ਼ਾਂ ਹੁੰਦੇ ਹੋਏ ਵੀ, ਮੈਟਰੀਅਲਿਸਟਿਕ ਚੀਜ਼ਾਂ ਹੁੰਦੇ ਹੋਏ ਵੀ ਉਹ ਸਕੂਨ ਨਹੀਂ ਮਿਲਦਾ, ਉਹ ਸਾਰਾ ਕੁਝ ਪਰੇਸ਼ਾਨੀਆਂ ਹੁੰਦੀਆਂ ਹਨ। ਹੁਜੂਰ ਜੀ ਨੇ ਕਿਹਾ ਕਿ ਦੇਖੋ ਕੁਝ ਵੀ ਜ਼ਿੰਦਗੀ ਦੇ ਵਿੱਚ ਆਈਡੀਅਲ ਨਹੀਂ ਹੈ, ਪਰਫੈਕਟ ਨਹੀਂ ਹੈ। ਦੇਖੋ ਤਾਂ ਕਰਕੇ ਸਾਨੂੰ ਭਜਨ ਸਿਮਰਨ ਦਿੱਤਾ ਗਿਆ ਹੈ। ਆਪਾਂ ਭਜਨ ਸਿਮਰਨ ਕਰਾਂਗੇ, ਉਸ ਲੈਵਲ ਦੇ ਉੱਤੇ ਪਹੁੰਚਾਂਗੇ ਤਾਂ ਸਾਡੀ ਚੜ੍ਹਾਈ ਹੋਵੇਗੀ ਬੇਟਾ। ਅਗਲਾ ਸਵਾਲ, ਹੁਜੂਰ ਜੀ ਸਾਡਾ ਭਜਨ ਸਿਮਰਨ ਦੇ ਵਿੱਚ ਮਨ ਨਹੀਂ ਲੱਗਦਾ, ਆਪਾਂ ਨੂੰ ਥੋੜਾ ਜਿਹਾ ਉੱਚਾ ਨੀਚਾ ਸਾਡੀ ਜ਼ਿੰਦਗੀ ਦੇ ਵਿੱਚ ਚੱਲਦਾ ਰਹਿੰਦਾ ਹੈ। ਹੁਜੂਰ ਜੀ ਨੇ ਕਿਹਾ ਕਿ ਦੇਖੋ ਜਿਵੇਂ ਡਾਕਟਰ ਹੁੰਦਾ ਹੈ ਸਾਡੀ ਜ਼ਿੰਦਗੀ ਦੇ ਵਿੱਚ, ਆਪਾਂ ਨੂੰ ਕੋਈ ਬਿਮਾਰੀ ਲੱਗ ਜਾਂਦੀ ਹੈ ਤਾਂ ਆਪਾਂ ਡਾਕਟਰਾਂ ਦੇ ਕੋਲ ਜਾਂਦੇ ਹਾਂ। ਉੱਥੇ ਡਾਕਟਰ ਕੀ ਕਰਦਾ ਹੈ ਬੇਟਾ, ਉਹ ਸਾਨੂੰ ਦਵਾਈ ਦਿੰਦਾ ਹੈ। ਜੇ ਆਪਾਂ ਦਵਾਈ ਨਹੀਂ ਲਿਆਂਗੇ ਤਾਂ ਕੀ ਸਾਡੀ ਬਿਮਾਰੀ ਠੀਕ ਹੋਵੇਗੀ ਬੇਟਾ? ਤਾਂ ਕਰਕੇ ਬੇਟਾ ਇਹ ਜਿਹੜਾ ਅਪਸ ਐਂਡ ਡਾਊਨ ਹੈ ਇਹ ਜ਼ਿੰਦਗੀ ਦੇ ਵਿੱਚ ਜ਼ਰੂਰ ਹੋਣਗੇ, ਲੇਕਿਨ ਉਹ ਜਿਹੜੀ ਨਾਮਦਾਨ ਹੈ ਉਹ ਬੇਟਾ ਸਾਰੇ ਸਰੀਰ ਦੀ ਦਵਾਈ ਹੈ। ਆਪਾਂ ਤੇ ਨਾਮਦਾਨ ਲੈਂਦੇ ਹਾਂ, ਭਜਨ ਸਿਮਰਨ ਕਰਦੇ ਹਾਂ ਤਾਂ ਬੇਟਾ ਮਨ ਵੀ ਲੱਗੂਗਾ ਤੇ ਅੱਗੇ ਤਰੱਕੀ ਵੀ ਮਿਲੂਗੀ। ਲੇਕਿਨ ਬੇਟਾ ਭਜਨ ਸਿਮਰਨ ਕਰਨ ਦੀ ਲੋੜ ਹੈ, ਆਪਾਂ ਕਰਾਂਗੇ ਤਾਂ ਕੁਝ ਪਾਵਾਂਗੇ ਬੇਟਾ। ਅਗਲਾ ਸਵਾਲ, ਹੁਜੂਰ ਜੀ ਜਦ ਕਦੀ ਆਪਾਂ ਫਿਊਚਰ ਦੇ ਡਿਸੀਜਨ ਲੈਂਦੇ ਹਾਂ, ਭਵਿੱਖ ਦੇ ਵਿੱਚ ਕੋਈ ਡਿਸੀਜਨ ਲੈਣਾ ਪੈਂਦਾ ਹੈ, ਕੋਈ ਫੈਸਲਾ ਲੈਣਾ ਪੈਂਦਾ ਹੈ, ਤਾਂ ਕੀ ਆਪਾਂ ਨੂੰ ਆਪਣੇ ਵੱਲੋਂ ਆਪਣੇ ਸੋਚ ਦੇ ਅਨੁਸਾਰ ਡਿਸੀਜਨ ਲੈ ਲਿੱਤਾ ਜਾਵੇ ਜਾਂ ਫਿਰ ਪੈਰੈਂਟਸ ਦੀ ਸੁਣੀ ਜਾਵੇ, ਆਪਣੇ ਵੱਡਿਆਂ ਦੀ ਸੁਜੈਸ਼ਨ ਵੀ ਲਿੱਤੀ ਜਾਵੇ? ਹੁਜੂਰ ਜੀ ਨੇ ਕਿਹਾ ਕਿ ਬੇਟਾ ਦੇਖੋ ਸਾਨੂੰ ਦਰਮਿਆਨ ਦਾ ਰਸਤਾ ਅਪਣਾਉਣਾ ਹੈ, ਆਪਾਂ ਨੂੰ ਦੋਨੋਂ ਦੀ ਸਲਾਹ ਲੈਣੀ ਹੈ। ਦੇਖੋ ਠੀਕ ਹੈ ਆਪਾਂ ਅੱਜ ਮਾਡਰਨ ਹਨ, ਆਪਾਂ ਆਪਣੇ ਡਿਸੀਜਨ ਲੈ ਸਕਦੇ ਹਨ, ਲੇਕਿਨ ਜਿਹੜੇ ਵੱਡੇ ਹੈ ਉਹਨਾਂ ਦੀ ਜਿਹੜੀ ਹੱਡਬੀਤੀ ਹੈ, ਉਹਨਾਂ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਵੀ ਸਾਨੂੰ ਬੇਟਾ ਜ਼ਰੂਰ ਲੈਣਾ ਚਾਹੀਦਾ ਹੈ, ਕਿਉਂਕਿ ਉਹ ਵੀ ਸਹੀ ਜਾਣਦੇ ਆ ਕੀ ਸਹੀ ਹੈ ਕੀ ਗਲਤ ਹੈ। ਜੇ ਆਪਾਂ ਦੋਨਾਂ ਦਾ ਐਮਲਗਮੇਸ਼ਨ, ਦੋਨਾਂ ਦਾ ਇਕੱਠਾ ਲੈ ਕੇ ਚੱਲਾਂਗੇ ਤਾਂ ਬੇਟਾ ਇੱਕ ਚੰਗੇ ਰਸਤੇ ਦੇ ਉੱਤੇ ਪਹੁੰਚ ਪਾਵਾਂਗੇ। ਸਾਨੂੰ ਉਹਨਾਂ ਦੀ ਵੀ ਸਲਾਹ ਲੈਣ ਦੀ ਲੋੜ ਹੈ। ਅਗਲਾ ਸਵਾਲ, ਹੁਜੂਰ ਜੀ ਜਿਹੜੇ ਲੋਕੀ ਸਾਨੂੰ ਹਰਟ ਕਰਦੇ ਹਨ, ਜਿਹੜਾ ਸਾਨੂੰ ਦਿਲ ਦੁਖਾਉਂਦੇ ਹਨ, ਉਹਨਾਂ ਦੇ ਬਾਰੇ ਆਪਾਂ ਕੀ ਕਰੀਏ? ਹੁਜੂਰ ਜੀ ਨੇ ਕਿਹਾ ਕਿ ਬੇਟਾ ਦੇਖੋ ਇਹ ਸਾਰਾ ਕੁਝ ਅਟੈਚਮੈਂਟ ਦਾ ਹੈ, ਜਿਹਦੇ ਨਾਲ ਵੀ ਸਾਡੀ ਅਟੈਚਮੈਂਟ ਹੁੰਦੀ ਹੈ, ਜਿਹਦੇ ਨਾਲ ਵੀ ਸਾਡਾ ਰਿਸ਼ਤਾ ਜੁੜਿਆ ਹੁੰਦਾ ਹੈ, ਸਾਨੂੰ ਉਹਦੀ ਜਿਹੜਾ ਦੁੱਖ ਹੈ ਉਹ ਹੁੰਦਾ ਹੈ ਕਿ ਉਹ ਸਾਨੂੰ ਇਹ ਕਿਉਂ ਕਹਿ ਗਿਆ। ਲੇਕਿਨ ਬੇਟਾ ਸਾਨੂੰ ਇਹ ਜਿਹੜੀ ਅਟੈਚਮੈਂਟ ਹੈ ਉਸ ਪਰਮਾਤਮਾ ਦੇ ਨਾਲ ਜੋੜਨੀ ਹੈ। ਜਿੰਨਾ ਚਿਰ ਬੇਟਾ ਦਿਲ ਦੁਖਾਉਣ ਦੀ ਗੱਲ ਹੈ, ਬੇਟਾ ਦੇਖੋ ਜੋ ਕਿਸੇ ਨੂੰ ਹਰਟ ਕਰੂਗਾ ਉਹ ਵੀ ਕਦੇ ਨਾ ਕਿਤੇ ਜਾ ਕੇ ਹਰਟ ਹੋਵੇਗਾ, ਤਾਂ ਸਾਨੂੰ ਬੇਟਾ ਇਹਦੇ ਵਿੱਚ ਨਹੀਂ ਲੱਗਣਾ ਹੈ, ਆਪਾਂ ਨੂੰ ਆਪਣੀ ਅਟੈਚਮੈਂਟ ਨੂੰ ਉਸ ਪਰਮਾਤਮਾ ਦੇ ਵੱਲ ਜੋੜਨਾ ਹੈ। ਅਗਲਾ ਸਵਾਲ, ਕੁੜੀ ਨੇ ਕਿਹਾ ਕਿ ਹੁਜੂਰ ਜੀ ਮੈਂ BDS ਕਰ ਰਹੀ, ਮੈਨੂੰ ਦਇਆ ਮਿਹਰ ਕਰਨਾ। ਹੁਜੂਰ ਜੀ ਨੇ ਕਿਹਾ BDS ਤੋਂ ਬਾਅਦ ਕੀ ਕਰੇਗੀ? ਤਾਂ ਉਹਨਾਂ ਨੇ ਕਿਹਾ ਕਿ ਹੁਜੂਰ ਜੀ MDS ਕਰਾਂਗੇ। ਫਿਰ ਉਸੇ ਕੁੜੀ ਨੇ ਇੱਕ ਸ਼ਬਦ ਗਾਇਆ, ਸੁਣ ਫਰਿਆਦ ਪੀਰਾ ਦਿਆਂ ਪੀਰਾ। ਅਗਲਾ ਸਵਾਲ, ਹੁਜੂਰ ਜੀ ਜ਼ਿੰਦਗੀ ਦੇ ਵਿੱਚ ਬਹੁਤ ਡਿਸਟਰੈਕਸ਼ਨ ਆਉਂਦਾ ਹੈ, ਮਨ ਇਧਰ ਉਧਰ ਭੱਜਦਾ ਹੈ, ਆਪਾਂ ਕੀ ਕਰੀਏ? ਹੁਜੂਰ ਜੀ ਨੇ ਕਿਹਾ ਕਿ ਬੇਟਾ ਦੇਖੋ ਮਨ ਇੱਕ ਕੋਰੀ ਕਿਤਾਬ ਹੈ। ਕਈ ਵਾਰੀ ਕਿਹਾ ਜਾਂਦਾ ਹੈ ਕਿ ਮਨ ਦੇ ਆਪਣੀ ਕੋਈ ਤਾਕਤ ਨਹੀਂ ਹੈ। ਜਿਹੜਾ ਕੁਝ ਵੀ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਕਰਦੇ ਹਾਂ, ਉਹ ਜਿਹੜਾ ਪ੍ਰਭਾਵ ਸਾਡੀ ਜ਼ਿੰਦਗੀ ਦੇ ਵਿੱਚ ਪੈਂਦਾ ਹੈ ਉਹੀ ਮਨ ਅਡਾਪਟ ਕਰਕੇ ਬਹਿ ਜਾਂਦਾ ਹੈ। ਬੇਟਾ ਸਾਨੂੰ ਤਾਂ ਇੱਕ ਬੈਲੈਂਸ ਦੇ ਵਿੱਚ ਆਣਾ ਹੈ। ਆਪਾਂ ਅੱਜ ਕੀ ਕਰਦੇ ਹਾਂ, ਜਿਸ ਕੰਮ ਨੂੰ ਕਰ ਰਹੇ ਹੁੰਦੇ ਆ ਉੱਥੇ ਫੋਕਸ ਨਹੀਂ ਹੁੰਦਾ, ਕੰਮ ਦੇ ਵੱਲ ਰਿਸ਼ਤੇਦਾਰੇ ਯਾਦ ਆਉਂਦੇ ਹਨ ਜਾਂ ਫਿਰ ਹੋਰ ਕੁਝ ਯਾਦ ਆਉਂਦਾ ਹੈ। ਬੇਟਾ ਸਾਨੂੰ ਮਨ ਲਗਾਉਣਾ ਹੈ, ਚੰਗੇ ਕੰਮਾਂ ਦੇ ਉੱਤੇ ਲਗਾਵਾਂਗੇ, ਇਹ ਆਵੇਗਾ, ਕਰੋ। ਅਗਲਾ ਸਵਾਲ, ਹੁਜੂਰ ਜੀ ਕਿਹਾ ਜਾਂਦਾ ਹੈ ਕਿ ਜਿਹੜੀ ਸਾਡੀ ਬਾਏਂ ਅੱਖ ਹੈ ਉਹ ਜੇ ਫੜਕਦੀ ਹੈ ਤਾਂ ਕੁਝ ਮਾੜਾ ਹੁੰਦਾ ਹੈ, ਸਿੱਧੀ ਅੱਖ ਫੜਕਦੀ ਹੈ ਤਾਂ ਕੁਝ ਚੰਗਾ ਹੁੰਦਾ ਹੈ, ਇਹਦੇ ਵਿੱਚ ਕੀ ਕਹਿਣਾ ਹੁੰਦਾ ਹੈ? ਹੁਜੂਰ ਜੀ ਹੱਸੇ ਤੇ ਉਹਨਾਂ ਨੇ ਕਿਹਾ ਕਿ ਬੇਟਾ ਇਹ ਲੌਜੀਕਲ ਚੀਜ਼ਾਂ, ਸਾਨੂੰ ਇਹਦੇ ਉੱਤੇ ਧਿਆਨ ਨਹੀਂ ਦੇਣਾ ਹੈ ਬੇਟਾ, ਇਹ ਤਾਂ ਬਣਾਈ ਗਈ ਗੱਲਾਂ। ਅਗਲਾ ਸਵਾਲ, ਹੁਜੂਰ ਜੀ ਸਾਡੇ ਜਿਹੜੇ ਪੈਰੈਂਟਸ ਹਨ, ਮਾਂ-ਬਾਪ ਹਨ, ਉਹ ਸਾਡੀ ਬਹੁਤ ਟੈਨਸ਼ਨ ਲੈਂਦੇ ਹਨ, ਮੈਨੂੰ ਬਹੁਤ ਫਿਕਰ ਰਹਿੰਦੀ ਹੈ। ਹੁਜੂਰ ਜੀ ਨੇ ਕਿਹਾ ਕਿ ਬੇਟਾ ਦੇਖੋ ਮਾਂ-ਬਾਪ ਨੂੰ ਬੱਚਿਆਂ ਦੀ ਹੀ ਟੈਨਸ਼ਨ ਰਹਿੰਦੀ ਹੈ। ਦੇਖੋ ਮਾਂ-ਬਾਪ ਨੂੰ ਇੱਕੋ ਹੀ ਟੈਨਸ਼ਨ ਹੈ, ਉਹ ਆਪਣੇ ਬੱਚਿਆਂ ਦੀ ਹੈ ਕਿ ਬੱਚੇ ਪੈਰਾਂ ਦੇ ਉੱਤੇ ਖੜੇ ਹੋ ਜਾ। ਲੇਕਿਨ ਬੇਟਾ ਸਾਨੂੰ
ਉਸ ਮਾਲਕ ਦੇ ਉੱਤੇ ਵਿਸ਼ਵਾਸ ਰੱਖਣਾ ਹੈ। ਉਹ ਮਾਲਕ ਜਿਹੜਾ ਕੁਝ ਸਾਡੇ ਵਾਸਤੇ ਕਰੂਗਾ ਚੰਗਾ ਹੀ ਕਰੂਗਾ। ਆਪਾਂ ਨੂੰ ਆਪਣੇ ਪੈਰਾਂ ਦੇ ਉੱਤੇ ਖੜਾ ਹੋਣਾ ਹੈ, ਆਪਾਂ ਚੰਗੇ ਇਨਸਾਨ ਬਣਾਂਗੇ, ਅੱਗੇ ਵਧਾਂਗੇ ਤਾਂ ਮਾਂ-ਬਾਪ ਆਪਣੇ ਆਪ ਉਹਨਾਂ ਦੀ ਜਿਹੜੀ ਟੈਨਸ਼ਨ ਹੈ ਉਹ ਖਤਮ ਹੋ ਜਾਵੇਗੀ। ਸਾਨੂੰ ਬੇਟਾ ਉਹਦੇ ਰਸਤੇ ਦੇ ਉੱਤੇ ਚੱਲਣਾ ਹੈ। ਅਗਲਾ ਸਵਾਲ, हुजूर जी तुसी अंबाला आए लेकिन मैं थोड़े दर्शन नहीं कर सका, तुसी अज मेरी पर्ची कड्डी है, थोड़ा बहुत बहुत शुक्र है। हुजूर जी मैं पूछना चाहुंदा हां कि हुजूर जी जिहड़ा साडी जिंदगी दे विच कोई चला जांदा है, साडी जिंदगी तो इस दुनिया तो आपां उहनां नूं किवें भुलाईए, साडे तो भुलिया नहीं जांदा। हुजूर जी ने कहा कि बेटा देखो सब तो पहला सानूं एक चीज़ समझण दी लोड़ है कि देखो बेटा जो भी इस दुनिया दे विच आया है उहनां नूं एक दिन जाना ही जाना है। ਸਾਰਿਆਂ ਦਾ ਆਣਾ ਜਾਣਾ ਜਿਹੜਾ ਹੈ ਉਹ ਫਿਕਸ ਹੈ ਬੇਟਾ। ਇਹ ਕਰਮਾਂ ਦਾ ਜਿਹੜਾ ਹਿਸਾਬ ਕਿਤਾਬ ਹੈ ਉਹਦੇ ਨਾਲ ਸਾਡੇ ਰਿਸ਼ਤੇ ਬਣ ਜਾਂਦੇ ਹੈ ਬੇਟਾ। ਸਾਨੂੰ ਆਪਣੀ ਜਿਹੜੀ ਲਿਵ ਹੈ ਉਸ ਮਾਲਕ ਦੇ ਨਾਲ ਜੋੜਨੀ ਹੈ। ਉਹੀ ਉਹ ਇੱਕ ਸੱਚਾ ਰਿਸ਼ਤਾ ਹੈ ਜਿਹੜਾ ਕਿ ਸਾਡੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਰਹੂਗਾ ਬੇਟਾ। ਸਾਨੂੰ ਠੀਕ ਹੈ ਬੜਾ ਮੁਸ਼ਕਿਲ ਹੋ ਜਾਂਦਾ ਹੈ ਜਦ ਕੋਈ ਸਾਡਾ ਬਿਜ਼ੀ ਸਾਨੂੰ ਛੱਡ ਕੇ ਜਾਂਦਾ ਹੈ, ਲੇਕਿਨ ਬੇਟਾ ਸਾਨੂੰ ਅੱਗੇ ਵਧਣਾ ਹੈ। ਉਸ ਮਾਲਕ ਦਾ ਦੀਦਾਰ ਕਰਦੇ ਹੋਏ ਸੱਚੇ ਰਿਸ਼ਤੇ ਦੀ ਤਰਫ ਵਧਣਾ ਹੈ ਬੇਟਾ। ਅਗਲਾ ਸਵਾਲ, हुजूर जी ਜਿਹੜੀ ਆਪਾਂ ਸੇਵਾ ਕਰਦੇ ਹਾਂ ਕਿ ਉਹਨਾਂ ਦੇ ਨਾਲ ਸਾਡੇ ਕਰਮ ਕੱਟ ਜਾਂਦੇ ਹਨ। हुजूर जी ने ਕਿਹਾ ਕਿ ਬੇਟਾ ਦੇਖੋ ਸਭ ਤੋਂ ਪਹਿਲਾਂ ਤਾਂ ਸਾਨੂੰ ਨਿਸ਼ਕਾਮ ਹੋ ਕੇ ਸੇਵਾ ਕਰਨੀ ਚਾਹੀਦੀ ਹੈ। ਦੂਜੀ ਬੇਟਾ ਸੇਵਾ ਦਿੱਤੀ ਜਾਂਦੀ ਹੈ ਮਨ ਨੂੰ ਝੁਕਾਣਾ। ਜੇ ਆਪਾਂ ਮਨ ਨੂੰ ਝੁਕਾਉਂਦੇ ਹਾਂ ਉਹਦੇ ਨਾਲ ਮਨ ਝੁਕਦਾ ਹੈ, ਉਹ ਸਾਡੇ ਭਜਨ ਸਿਮਰਨ ਦੇ ਵਿੱਚ ਸਾਨੂੰ ਹੈਲਪ ਕਰਦਾ ਹੈ ਬੇਟਾ। ਸੱਚੀ ਸੇਵਾ ਤਾਂ ਭਜਨ ਸਿਮਰਨ ਹੈ। ਜੋ ਕੁਝ ਹੋਵੇਗਾ ਭਜਨ ਸਿਮਰਨ ਦੇ ਨਾਲ ਹੋਵੇਗਾ। ਭਾਰ ਦੀ ਸੇਵਾ ਬੇਟਾ ਮਾਹੌਲ ਬਣਾਉਣ ਵਾਸਤੇ ਹੈ। ਅਗਲਾ ਸਵਾਲ, हुजूर जी ਮੈਨੂੰ ਅਜੇ ਤੱਕ ਨਾਮਦਾਨ ਨਹੀਂ ਮਿਲਿਆ ਹੈ, ਮੇਰੇ ਉੱਤੇ ਦਇਆ ਮਿਹਰ ਕਰੋ ਕਿ ਮੈਂ ਉਸ ਰਸਤੇ ਦੇ ਉੱਤੇ ਚੱਲ ਸਕਾਂ। हुजूर जी ਨੇ ਕਿਹਾ ਕਿ ਬੇਟਾ ਦੇਖੋ ਨਾਮਦਾਨ ਤਾਂ ਇੱਕ ਅਵਸਥਾ ਹੈ, ਸਹੀ ਸਮੇਂ ਦੇ ਉੱਤੇ ਮਿਲ ਜਾਵੇਗੀ, ਲੇਕਿਨ ਉਸ ਤੋਂ ਪਹਿਲਾਂ ਸਾਰਿਆਂ ਨੂੰ ਆਪਾਂ ਨੂੰ ਪਤਾ ਹੈ ਕਿ ਸੰਤ ਮਤ ਦੇ ਕੀ ਉਸੂਲ ਹਨ ਬੇਟਾ। ਹੁਣ ਸਾਨੂੰ ਪਹਿਲਾਂ ਫਾਊਂਡੇਸ਼ਨ ਬਣਾਉਣ ਦੀ ਲੋੜ ਹੈ, ਉਹ ਜਿਹੜੀ ਨੀਂਵ ਹੈ ਉਹ ਬਣਾਉਣ ਦੀ ਲੋੜ ਹੈ। ਪਹਿਲਾਂ ਨੀਂਵ ਬਣਾਓ, ਜੇ ਅੱਗੇ ਜਾ ਕੇ ਹੋਰ ਸਾਡੇ ਲਈ ਸੌਖਾ ਹੋ ਜਾਊਗਾ ਭਜਨ ਸਿਮਰਨ ਕਰਨਾ। ਅਗਲਾ ਸਵਾਲ, हुजूर जी ਇੱਥੇ ਸੇਵਾਦਾਰ ਹੁਣ ਪਰਚੀ ਦੇ ਵਿੱਚ ਬਹੁਤ ਸਖਤ ਹੋ ਗਏ ਹਨ। ਉਹ ਕਹਿੰਦੇ ਨੇ ਕਿ हुजूर जी ਬਹੁਤ ਸਖਤ ਨੇ, ਤਾਂ ਕਰਕੇ ਸਖਤੀ ਕੀਤੀ ਜਾ ਰਹੀ ਹੈ, ਤਾਂ ਕਰਕੇ ਬਹੁਤ ਲੋਕਾਂ ਨੂੰ ਨਾਮਦਾਨ ਨਹੀਂ ਮਿਲ ਰਿਹਾ, ਉਹਨਾਂ ਨੂੰ ਰਿਜੈਕਟ ਕਰ ਦਿੱਤਾ ਜਾਂਦਾ ਹੈ। हुजूर जी ਨੇ ਕਿਹਾ ਕਿ ਮੈਂ ਤਾਂ ਨਹੀਂ ਕਿਸੇ ਨੂੰ ਕਿਹਾ ਕਿ ਸਖਤ ਹੋ ਜਾਵੋ, ਠੀਕ ਹੈ, ਲੇਕਿਨ ਬੇਟਾ ਜਿੰਨਾ ਚਿਰ ਭਜਨ ਸਿਮਰਨ ਦੀ ਗੱਲ ਹੈ, ਨਾਮਦਾਨ ਦੀ ਗੱਲ ਹੈ ਬੇਟਾ ਦੇਖੋ ਨਾਮਦਾਨ ਦੀ ਪਰਚੀ ਜਿਹੜੀ ਹੈ ਆਪਾਂ ਨੂੰ ਬੜੀ ਕਾਲੀ ਹੁੰਦੀ ਹੈ। ਆਪਾਂ ਜੋਸ਼ ਦੇ ਵਿੱਚ ਨਾਮਦਾਨ ਦੀ ਪਰਚੀ ਦੇ ਵਿੱਚ ਲੱਗ ਜਾਂਦੇ ਹਨ, ਲੇਕਿਨ ਬੇਟਾ ਸਾਨੂੰ ਸਮਝਣ ਦੀ ਲੋੜ ਹੈ। ਦੇਖੋ ਭਜਨ ਸਿਮਰਨ ਇੱਕ ਰਸਤਾ ਹੈ, ਉਹਦੇ ਉੱਤੇ ਆਪਾਂ ਨੇ ਕਰਨੀ ਦਾ ਮਾਰਗ ਅਪਣਾਉਣਾ ਹੈ। ਆਪਾਂ ਉਹਦੇ ਵਿੱਚ ਲਗਾਂਗੇ ਤਾਂ ਆਪਾਂ ਨੂੰ ਕਰਨਾ ਵੀ ਪਊਗਾ। ਇਸ ਕਰਕੇ ਸਾਨੂੰ ਉਹ ਸੋਚਦੇ ਨੇ ਕਿ ਇਹ ਉਸ ਤਰੀਕੇ ਦੇ ਨਾਲ ਬਣ ਜਾਣ, ਫਿਰ ਉਹਨਾਂ ਨੂੰ ਨਾਮਦਾਨ ਦਿੱਤਾ ਜਾਵੇ ਬੇਟਾ, ਉਹ ਇੱਕ ਜ਼ਿੰਮੇਵਾਰੀ ਹੈ। ਅਗਲਾ ਸਵਾਲ, हुजूर जी ਸਾਡੇ ਸਤਸੰਗ ਸੈਂਟਰ ਦੇ ਵਿੱਚ ਸੰਗਤ ਜਿਹੜੀ ਹੈ ਉਹਨਾਂ ਦੀ ਜਿਹੜੀ ਸੰਗਤ ਹੈ ਉਹ ਘਟ ਗਈ ਹੈ। हुजूर जी ਨੇ ਕਿਹਾ ਕਿ ਬੇਟਾ ਦੇਖੋ ਸਾਨੂੰ ਪਹਿਲਾਂ ਤਾਂ ਪਰਖ ਨਹੀਂ ਕਰਨੀ ਹੈ, ਸਾਨੂੰ ਕੋਈ ਐਡਵਰਟਾਈਜ਼ਮੈਂਟ ਨਹੀਂ ਲਾਣਾ ਹੈ ਕਿ ਬੇਟਾ ਆਪਾਂ ਕਿਸੇ ਦੇ ਘਰ ਜਾਈਏ ਤੇ ਉਹਨਾਂ ਨੂੰ ਬੁਲਾ ਕੇ ਲਾਈਏ। ਬੇਟਾ ਉਹ ਆਪਣੇ ਆਪ ਆਣਗੇ। ਦੇਖੋ ਜਦ ਰਸਤੇ ਦੇ ਉੱਤੇ ਚੱਲਾਂਗੇ ਆਪਣੇ ਆਪ ਉਹਨਾਂ ਦੇ ਵਿੱਚ ਉਹ ਆਊਗਾ ਕਿ ਉਹ ਆਣਗੇ ਬੇਟਾ। ਹਰ ਕਿਸੇ ਦੀ ਆਪਣੀ ਕੁਝ ਨਾ ਕੁਝ ਨਿੱਜੀ ਗੱਲਾਂ ਹੁੰਦੀਆਂ ਹਨ ਬੇਟਾ। ਦੇਖੋ ਇਹ ਤਾਂ ਪ੍ਰੇਮ ਦਾ ਮਾਰਗ ਹੈ, ਆਪਾਂ ਨੂੰ ਕਿਸੇ ਨੂੰ ਫੋਰਸ ਨਹੀਂ ਕਰਨਾ ਹੈ, ਦਬਾਅ ਨਹੀਂ ਪਾਣਾ ਹੈ। ਜਿਨ੍ਹਾਂ ਨੇ ਵੀ ਆਣਾ ਹੈ ਬੜੀ ਖੁਸ਼ੀ ਦੇ ਨਾਲ ਉਹ ਆਉਂਦੇ ਨੇ। ਅਗਲਾ ਸਵਾਲ, हुजूर जी ਮੇਰੇ ਫਾਦਰ ਸਾਹਿਬ ਜਿਹੜੇ ਹੈ ਮੇਰੇ ਪਿਤਾ ਜੀ ਉਹਨਾਂ ਨੂੰ ਨਾਮਦਾਨ ਮਿਲਿਆ ਹੋਇਆ ਹੈ, ਲੇਕਿਨ ਉਹ ਸਿਗਰਟ ਪੀਂਦੇ ਨੇ ਤੇ ਮੇਰੀ ਮੰਮੀ ਜਿਹੜੀ ਹੈ ਉਹ ਭਜਨ ਸਿਮਰਨ ਨਹੀਂ ਕਰਦੀ ਹੈ। हुजूर जी ਨੇ ਕਿਹਾ ਕਿ ਬੇਟਾ ਦੇਖੋ ਪਹਿਲਾਂ ਸਾਨੂੰ ਕਿਸੇ ਦੀ ਪਰਖ ਨਹੀਂ ਕਰਨੀ ਹੈ। ਇਹ ਭਰੀ ਸਭਾ ਦੇ ਵਿੱਚ ਉੱਠ ਕੇ ਆਪਣੇ ਮਾਂ-ਬਾਪ ਦੇ ਬਾਰੇ ਇਹੋ ਜਿਹੀ ਗੱਲਾਂ ਕਰਨਾ ਸਾਨੂੰ ਸ਼ੋਭਾ ਨਹੀਂ ਦਿੰਦਾ ਬੇਟਾ। ਸਾਨੂੰ ਨਹੀਂ ਪਤਾ ਕਿ ਕੌਣ ਕਿਸ परिस्थिति ਦੇ ਉੱਤੇ ਗੁਜ਼ਰ ਰਿਹਾ ਹੈ ਬੇਟਾ। ਦੇਖੋ ਇੱਥੇ ਸਤਸੰਗ ਘਰ ਦੇ ਵਿੱਚ ਕੋਈ ਵੀ ਪਰਫੈਕਟ ਨਹੀਂ ਹੈ। ਇੱਥੇ ਸਾਨੂੰ ਚੰਗੇ ਉਦਾਹਰਣ ਵੀ ਮਿਲਣਗੇ, ਮਾੜੇ ਉਦਾਹਰਣ ਵੀ ਮਿਲਣਗੇ। ਇਹ ਸਾਡੇ ਉੱਤੇ ਮੁਨੱਸਰ ਹੈ ਕਿ ਆਪਾਂ ਕਿਹੜੀ ਗੱਲ ਦੇ ਉੱਤੇ ਧਿਆਨ ਦੇਵਾਂਗੇ। ਆਪਾਂ ਨੂੰ ਚੰਗੇ ਉਸ ਤੇ ਧਿਆਨ ਦੇਣਾ ਹੈ, ਮਾੜੇ ਉਸ ਤੇ ਧਿਆਨ ਦੇਣਾ ਹੈ ਬੇਟਾ। ਆਪਾਂ ਨੂੰ ਤਾਂ ਆਪਣੇ ਵੱਲੋਂ ਚੰਗਾ ਕਰਨਾ ਹੈ, ਆਪਣੇ ਵੱਲੋਂ ਚੰਗਿਆਈ ਦੇ ਉੱਤੇ ਚੱਲਣਾ ਹੈ। ਅਗਲਾ ਸਵਾਲ, हुजूर जी ਮੈਂ ਇੱਕ ਕੁੜੀ ਨੂੰ ਪਸੰਦ ਕਰਦਾ ਹਾਂ, ਲੇਕਿਨ ਮੇਰੇ ਜਿਹੜੇ ਘਰ ਵਾਲੇ ਹਨ ਉਹ ਮੈਨੂੰ ਕਹਿੰਦੇ ਹਨ ਕਿ ਉਹ ਨਹੀਂ ਮੰਨਦੇ।
ਹਜ਼ੂਰ ਜੀ ਨੇ ਫਿਰ ਕਿਹਾ ਕਿ ਉਹ ਕੀ ਕਹਿੰਦੇ ਨੇ। ਹਜ਼ੂਰ ਜੀ ਉਹ ਕਹਿੰਦੇ ਨੇ ਕਿ ਪਹਿਲਾਂ ਆਪਣੇ ਪੈਰਾਂ ਦੇ ਉੱਤੇ ਖੜਾ ਹੋ ਜਾ, ਫਿਰ ਸੋਚਾਂਗੇ। ਤਾਂ ਹਜ਼ੂਰ ਜੀ ਨੇ ਕਿਹਾ ਕਿ ਬੇਟਾ ਉਹ ਤਾਂ ਫਿਰ ਸਹੀ ਕਹਿੰਦੇ ਨੇ, ਬੇਟਾ ਸਾਨੂੰ ਪਹਿਲਾਂ ਆਪਣੇ ਪੈਰਾਂ ਦੇ ਉੱਤੇ ਖੜਾ ਹੋਣਾ ਹੈ, ਉਹ ਕਾਮਯਾਬ ਬਣਨਾ ਹੈ, ਉਹ ਸਹੀ ਕਹਿੰਦੇ ਨੇ ਬੇਟਾ, ਉਹਨਾਂ ਦੀ ਗੱਲ ਸੁਣੋ, ਸਹੀ ਵਕਤ ਆਊਗਾ ਫਿਰ ਉਹ ਵੀ ਚੀਜ਼ਾਂ ਨੂੰ ਸਮਝਣਗੇ। ਅਗਲਾ ਸਵਾਲ, ਹਜ਼ੂਰ ਜੀ ਮੈਂ ਆਰਮੀ ਦੇ ਵਿੱਚ ਜਾਣਾ ਚਾਹੁੰਦੀ ਹਾਂ, ਲੇਕਿਨ ਮੈਥੋਂ ਪੜ੍ਹਾਈ ਨਹੀਂ ਹੁੰਦੀ, ਸਾਰੇ ਮੈਨੂੰ ਕਹਿੰਦੇ ਹਨ ਕਿ ਤੂੰ ਇਹੋ ਜਿਹੀ ਰਹਿ ਜਾਵੇਗੀ। ਹਜ਼ੂਰ ਜੀ ਨੇ ਕਿਹਾ ਕਿ ਬੇਟਾ ਦੇਖੋ, ਜੇ ਆਪਾਂ ਕੁਝ ਕਰਨਾ ਹੈ ਤਾਂ ਬੇਟਾ ਪੜ੍ਹਾਈ ਤਾਂ ਕਰਨੀ ਪਊਗੀ। ਦੇਖੋ ਅੱਜ ਕੱਲ ਆਪਾਂ ਫੋਨ ਦੇ ਉੱਤੇ ਇੰਨੇ ਡਿਸਟਰੈਕਟ ਹੋ ਗਏ ਹਾਂ, ਆਪਾਂ ਫੋਨ ਦੇ ਉੱਤੇ ਲੱਗੇ ਰਹਿਣਗੇ ਤਾਂ ਬੇਟਾ ਕੀ ਫਾਇਦਾ ਹੋਵੇ। ਪੜ੍ਹਾਈ ਕਰਾਂਗੇ, ਆਪਣੇ ਵੱਲੋਂ ਕੁਝ ਬਿਹਤਰ ਕਰਾਂਗੇ ਤਾਂ ਹੀ ਕੁਝ ਸਾਡਾ ਹੋ ਪਾਵੇਗਾ। ਬੇਟਾ ਫੋਨ ਚਲਾ ਕੇ ਤਾਂ ਨਹੀਂ ਹੋਣ ਲੱਗਾ। ਹਰ ਚੀਜ਼ ਨੂੰ ਬੈਲੈਂਸ ਦੇ ਉੱਤੇ ਲੈ ਕੇ ਆਣਾ ਹੈ, ਬੈਲੈਂਸ ਦੇ ਉੱਤੇ ਲਾਵਾਂਗੇ ਤਾਂ ਕੁਝ ਹੋਵੇਗਾ। ਅਬ ਹੁਣ ਤੁਸੀਂ ਰੀਲ ਚਲਾਉਂਦੇ ਹੋ ਬੇਟਾ, ਰੀਲ ਦੇ ਉੱਤੇ ਉਹਨਾਂ ਦਾ ਤਾਂ ਫਾਇਦਾ ਚਲੋ ਮੰਨ ਵੀ ਸਕਦੇ ਹੋ, ਪਰ ਤੁਹਾਡਾ ਕੀ ਫਾਇਦਾ ਹੋਵੇਗਾ ਬੇਟਾ, ਤੁਹਾਨੂੰ ਸਮਝਣ ਦੀ ਲੋੜ ਹੈ। ਅਗਲਾ ਸਵਾਲ, ਹਜ਼ੂਰ ਜੀ ਜਦ ਆਪਾਂ ਸਿਮਰਨ ਕਰਦੇ ਹਾਂ, ਸਿਮਰਨ ਦੇ ਨਾਲ ਨਾਲ ਸਤਿਗੁਰ ਦਾ ਧਿਆਨ ਜਿਹੜਾ ਹੈ ਉਹ ਆ ਜਾਂਦਾ ਹੈ। ਹਜ਼ੂਰ ਜੀ ਨੇ ਕਿਹਾ ਬੇਟਾ ਇਹ ਤਾਂ ਚੰਗੀ ਗੱਲ ਹੈ, ਬੇਟਾ ਦੇਖੋ ਪ੍ਰੇਮ ਦਾ ਰਸਤਾ ਹੈ, ਜਦ ਪ੍ਰੇਮ ਆਪਾਂ ਕਿਸੇ ਦੇ ਨਾਲ ਜੋੜਦੇ ਹਾਂ ਤਾਂ ਉਹਨਾਂ ਦਾ ਜਿਹੜਾ ਖਿਆਲ ਹੈ ਉਹ ਵੀ ਆਣਾ ਸ਼ੁਰੂ ਹੋ ਜਾਂਦਾ ਹੈ। ਬੇਟਾ ਇਹ ਤਾਂ ਮਕੈਨਿਜ਼ਮ ਹੈ, ਜਿੰਨਾ ਚਿਰ ਆਪਾਂ ਪ੍ਰੈਕਟਿਸ ਦੇ ਉੱਤੇ ਕਰਾਂਗੇ ਸਿਮਰਨ ਵੀ ਵਧੇਗਾ ਤੇ ਖਿਆਲ ਵੀ ਆਵੇਗਾ। ਜਿੰਨਾ ਚਿਰ ਪ੍ਰੇਮ ਨਹੀਂ ਹੈ ਫਿਰ ਨਹੀਂ ਹੋਣ ਲੱਗਾ। ਅਗਲਾ ਸਵਾਲ, ਹਜ਼ੂਰ ਜੀ ਇੱਥੇ ਸੰਡੇ ਦੇ ਵੀ ਸਤਸੰਗ ਹੁੰਦਾ ਹੈ, ਲੇਕਿਨ ਫਿਰ ਆਪਾਂ ਸਤਸੰਗ ਨੂੰ ਭੁੱਲ ਜਾਂਦੇ ਹਨ, ਕੀ ਕਿਹਾ ਜਾਂਦਾ ਹੈ। ਹਜ਼ੂਰ ਜੀ ਨੇ ਕਿਹਾ ਕਿ ਬੇਟਾ ਤਾਂ ਹੀ ਤਾਂ ਆਪਾਂ ਹਰ ਸੰਡੇ ਸਤਸੰਗ ਰੱਖਦੇ ਹਾਂ ਕਿ ਤੁਸੀਂ ਲਾਈਨ ਦੇ ਆਓ, ਹਰ ਸੰਡੇ ਤੁਹਾਨੂੰ ਸਿਖਾਇਆ ਜਾਂਦਾ ਹੈ। ਅਗਲਾ ਸਵਾਲ, ਹਜ਼ੂਰ ਜੀ ਮੈਂ ਬਹੁਤ ਭਜਨ ਸਿਮਰਨ ਕਰਦਾ ਹਾਂ, ਕਦੇ ਕਦੇ ਮੈਂ ਬਹੁਤ ਪੀਕ ਤੇ ਪਹੁੰਚ ਜਾਂਦਾ ਹਾਂ, ਮੇਰਾ ਵਿਰਹ ਜਿਹੜਾ ਪ੍ਰੇਮ ਹੈ ਉਹ ਵੀ ਆ ਜਾਂਦਾ ਹੈ, ਲੇਕਿਨ ਕਦੇ ਕਦੇ ਜਿਹੜਾ ਕਾਮ ਕ੍ਰੋਧ ਹੈ ਉਹ ਮੈਨੂੰ ਫਿਰ ਥੱਲੇ ਲੈ ਕੇ ਆ ਜਾਂਦਾ ਹੈ। ਹਜ਼ੂਰ ਜੀ ਮੈਂ ਕੀ ਕਰਾਂ। ਹਜ਼ੂਰ ਜੀ ਨੇ ਕਿਹਾ ਕਿ ਬੇਟਾ ਦੇਖੋ ਇਹ ਤਾਂ ਬੇਟਾ ਨੈਚੁਰਲ ਹੈ, ਦੇਖੋ ਬੇਟਾ ਹਰ ਦਿਨ ਇੱਕ ਸਮਾਨ ਨਹੀਂ ਹੁੰਦੇ। ਤੁਸੀਂ ਦੇਖੋ ਕਦੇ ਕਦੇ ਧੂਪ ਹੁੰਦੀ ਹੈ, ਕਦੇ ਸੂਰਜ ਨਿਕਲ ਆਉਂਦਾ ਹੈ, ਕਦੇ ਬਾਦਲ ਹੋ ਜਾਂਦੇ ਹਨ, ਕਦੇ ਬਰਸਾਤ ਹੋ ਜਾਂਦੀ ਹੈ, ਲੇਕਿਨ ਬੇਟਾ ਸਾਨੂੰ ਜਿਹੜੀ ਚੀਜ਼ ਸਿਖਾਈ ਗਈ ਹੈ ਸਾਨੂੰ ਕਰਦੇ ਰਹਿਣਾ ਹੈ। ਬੇਟਾ ਸੋਲੂਸ਼ਨ ਇਹੀ ਹੈ ਕਿ ਆਪਣੇ ਵੱਲੋਂ ਕਰਦੇ ਰਹੋ ਤੇ ਨਾਗਾ ਨਾ ਦਿਓ, ਉਹ ਮਾਲਿਕ ਆਪਣੇ ਆਪ ਸਾਡੀ ਸਾਰੀ ਚੀਜ਼ ਕਰੂਗਾ। ਅਗਲਾ ਸਵਾਲ, ਹਜ਼ੂਰ ਜੀ ਕਿੰਨੇ ਸਮੇਂ ਦੇ ਵਿੱਚ ਇੱਕ ਸਾਧਕ ਨੂੰ ਆਪਣੇ ਗੁਰੂ ਦੇ ਦਰਸ਼ਨ ਹੋ ਜਾਂਦੇ ਹਨ। ਹਜ਼ੂਰ ਜੀ ਨੇ ਕਿਹਾ ਕਿ ਬੇਟਾ ਦੇਖੋ ਹੋਣੇ ਕੋ ਤਾਂ 1 ਮਿੰਟ ਦੇ ਵਿੱਚ ਵੀ ਹੋ ਸਕਦੇ ਹਨ, ਨਾ ਹੋਵੇ ਤਾਂ ਸਾਲੋ ਸਾਲ ਨਾ ਹੋਵੇ, ਠੀਕ ਹੈ ਬੇਟਾ, ਡਿਪੈਂਡ ਕਰਦਾ ਹੈ ਪ੍ਰੇਮ ਦੇ ਨਾਲ, ਕਿੰਨਾ ਸਾਡਾ ਪ੍ਰੇਮ ਹੈ, ਕਿੰਨਾ ਸਾਡਾ ਡਿਵੋਸ਼ਨ ਹੈ। ਬੇਟਾ ਦੇਖੋ ਸਾਨੂੰ ਫਰਕ ਨਹੀਂ ਕਰਨੀ ਹੈ, ਆਪਾਂ ਨੂੰ ਤਾਂ ਵਿਸ਼ਵਾਸ ਰੱਖਦੇ ਹੋਏ ਉਹਦਾ ਸ਼ੁਕਰ ਕਰਨਾ ਹੈ। ਬੇਟਾ ਸ਼ੁਕਰ ਕਰਾਂਗੇ, ਪ੍ਰੇਮ ਆਵੇਗਾ ਤਾਂ ਉਹ ਜਿਹੜਾ ਦਰਸ਼ਨ ਹੈ ਉਹ ਸਾਨੂੰ ਮਿਲੂਗਾ। ਸਾਨੂੰ ਤਾਂ ਉਹਦੀ ਰਜ਼ਾ ਦੇ ਵਿੱਚ ਰਹਿਣਾ ਹੈ, ਉਹਦੇ ਜਿਹੜੀ ਤਾਲੀਮ ਹੈ ਉਹਦੇ ਉੱਤੇ ਰਹਿਣਾ ਹੈ। ਅਗਲਾ ਸਵਾਲ, ਹਜ਼ੂਰ ਜੀ ਮੈਂ ਕਿਸੇ ਦੇ ਵੀ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦੀ। ਇੱਕ ਕੁੜੀ ਨੇ ਪੁੱਛਿਆ ਕਿ ਆਈ ਡੋਂਟ ਵਾਂਟ ਟੂ ਮੈਰੀ ਹਜ਼ੂਰ ਜੀ। ਤਾਂ ਹਜ਼ੂਰ ਜੀ ਨੇ ਕਿਹਾ ਕਿ ਬੇਟਾ ਦੇਖੋ ਇਹ ਬਹੁਤ ਮੁਸ਼ਕਿਲ ਹੈ ਬੇਟਾ, ਜ਼ਿੰਦਗੀ ਨੂੰ ਇਕੱਲੇ ਜੀਣਾ, ਪੂਰੀ ਜ਼ਿੰਦਗੀ ਸਾਨੂੰ ਕਿਸੇ ਦੇ ਨਾਲ ਸਾਰਾ ਬਿਲਕੁਲ ਬੇਟਾ ਚਾਹੀਦਾ ਹੈ, ਆਪਾਂ ਇਕੱਲੇ ਜ਼ਿੰਦਗੀ ਨਹੀਂ ਜੀ ਸਕਦੇ। ਤੇ ਜਦ ਆਪਾਂ ਨੂੰ ਕਿਸੇ ਦੇ ਨਾਲ ਵਿਆਹ ਕਰਾਉਣਾ ਵੀ ਹੈ ਤਾਂ ਬੇਟਾ ਸਾਨੂੰ ਸਿਰਫ ਉਹਨਾਂ ਦਾ ਚੰਗਾ ਇਨਸਾਨ ਦੇਖਣਾ ਚਾਹੀਦਾ ਹੈ। ਬੇਟਾ ਜਿੰਨਾ ਚਿਰ ਜ਼ਿੰਦਗੀ ਦੇ ਵਿੱਚ ਰਿਸ਼ਤੇ ਦੀ ਗੱਲ ਹੈ ਬੇਟਾ ਦੇਖੋ ਕੰਪਰੋਮਾਈਜ਼ ਤਾਂ ਕਰਨਾ ਪਊਗਾ, ਐਡਜਸਟ ਵੀ ਕਰਨਾ ਪਊਗਾ, ਕੋਈ ਵੀ ਚੀਜ਼ ਆਈਡੀਅਲ ਨਹੀਂ ਹੈ ਬੇਟਾ। ਆਪਣੇ ਵੱਲੋਂ ਤੁਸੀਂ ਚੰਗੇ ਰਹੋ, ਪ੍ਰੇਮ ਔਰ ਪਿਆਰ ਦੇ ਵਿੱਚ ਰਹੋ ਬੇਟਾ, ਚੰਗੇ ਇਨਸਾਨ ਬਣੋਗੇ, ਚੰਗੇ ਤਰੀਕੇ ਦੇ ਨਾਲ ਕਰੋਗੇ, ਮਾਲਿਕ ਸਾਰਾ ਕੁਝ ਕਰੂ। बेटा देखो जिंदगी जो है ना वो 3 टायर की तरह है, 3 पहिए की तरह है। पहला टायर है स्पिरिचुअलिटी का टायर, अध्यात्म का, दूसरा है निजी जिंदगी पारिवारिक रिश्ते का, ते चौथा है कारोबार का। सानू बेटा अपनी जिंदगी नू तीनों दे विच बैलेंस बना के चलना है। परमारत नू भी वक्त दईए, अपने परिवार नू भी वक्त दईए ते अपने कारोबार नू भी वक्त दईए, फिर बाकी उस मालिक दी रजा दे विच रहिए, वो अपने आप सारा कुछ करूगा। तो ये सीगे कुछ सवाल जवाब जेडे कि अज डेरा ब्यास दे विच होए ते कल सत्संग होवेगा। उस तो बाद हुजूर जी या बाबा जी उन्हां दी अपनी मौज है, कल दर्शन होवेंगे। जिन्हां नूं भी आना है बड़ी खुशी दे नाल डेरा ब्यास आ सकते हैं जी। राधा स्वामी जी।